सतनाम श्री वाहिगुरु साहिब जी। तुद आगे अरदास हमारी, जियो पिंड सब तेरा। कहो नानक सब तेरी वड्याई, कोई नाओ ना जाने मेरा। कबीर मेरा मुझ में कुछ नहीं, जो कुछ है सो तेरा। तेरा तुझको सौंपते क्या लागे मेरा। परम सत्कारयोग सतगुरां दे साजी नवाजी गुरु रूप साध संगत जी, वाहिगुरु जी का खालसा वाहिगुरु जी की फतेह। धन धन श्री गुरु ग्रंथ साहिब महाराज सच्चे पातशाह जी की कृपा बख्शिश हुई है। सतगुरां ने अमृत वेला बख्शिश किया है। अमृत वेला सच नाओ वड्याई विचार। अपनी लड़ीवार जो धन बाबा कबीर जी के श्लोकां की विचार चल रही सी। आओ हुण अगे बाबा जी की कह रहे ने, ढूंढत डोले अंध गत, हर चीनत नाहि संत। जो मनुख उस मालिक दी प्रभु दी वाहिगुरु दी भाल तां करदे हन, पर भगत जनां नूं पछाण नहीं सकदे। वो रब दे प्यारिआं नूं पछाण नहीं सकदे। वो अन्निआं वांग ही टटोलदे टोले मारदे रहिंदे हन। कह नामा क्यों पाईए, बिन भगतो भगवंत। नामदेव जी आखदे ने कि भगती करन वाले बंदियां दी संगत तो बिना वो मालक वाहिगुरु भगवान मिल नहीं सकता, मिल नहीं सकता। इस करके साधु संत दा होना भी जरूरी है। किहो जा संत होए रब दा प्यारा, जिन्ना सास गरास ना विसरे, हर नामा मन मंत। धन से सोई नानका, पूर्ण सोई संत। जिस दा एक भी सवास खाली ना जावे नाम तो बगैर, उस नूं संत कहा गया है। अगे सतगुरु जी फरमान करते हैं, हर सो हीरा छाड़ के करे आन की आस। सारे सुख प्रभु दे सिमरन विच ही हन, पर जो मनुख परमात्मा दा नाम हीरा छड्ड के होर थां तो सुखां दी भाल रखते हैं। बाबा जी करन ते नार दोजक जाएंगे, सत भाखे रविदास। वो लोग सदा दुख ही सहारते हैं। ये सच्ची गल रविदास जी आखते हैं। जे परमात्मा दे नाम तो बगैर, सिमरन भजन तो बगैर जे कोई बंदा कह दे मैं सुखी हो जाऊंगा, ये हो नहीं सकता।
ਕਬੀਰ ਜੋ ਗ੍ਰਹਿਓ ਕਰੇ ਤਾਂ ਧਰਮ ਕਰ, ਨਾਹੀਂ ਤਾਂ ਕਰ ਬਰਾਗ। ਕਹਿੰਦੇ ਜੇ ਤੂੰ ਘਰ ਬਾਰੀ ਬਣਦਾ ਹੈ ਤਾਂ ਘਰ ਬਾਰੀ ਵਾਲਾ ਫਰਜ਼ ਵੀ ਨਿਭਾ, ਫਰਜ਼ ਵੀ ਆਪਣੇ ਨਿਭਾ, ਭਾਵ ਕਿ ਪ੍ਰਭੂ ਦਾ ਸਿਮਰਨ ਕਰ, ਵਿਕਾਰਾਂ ਤੋਂ ਬਚਿਆ ਰਹੋ ਅਤੇ ਕਿਸੇ ਤੋਂ ਵੀ ਨਫ਼ਰਤ ਨਾ ਕਰ, ਕਿਸੇ ਨਾਲ ਨਫ਼ਰਤ ਨਾ ਕਰ। ਪਰ ਗ੍ਰਸਥ ਵਿੱਚ ਰਹਿ ਕੇ ਜੇ ਤੂੰ ਮਾਇਆ ਵਿੱਚ ਹੀ ਗਰਕ ਰਹਿਣਾ ਹੈ ਤਾਂ ਇਸ ਨੂੰ ਤਿਆਗਣਾ ਹੀ ਭਲਾ ਹੈ। ਹੁਣ ਇੱਥੇ ਕਹਿ ਰਹੇ ਨੇ ਬਾਬਾ ਜੀ ਕਿ ਤੁਸੀਂ ਆਪਣੀ ਕਿਰਤ ਵੀ ਕਰੋ। ਵੈਰਾਗੀ ਬੰਧਨ ਕਰੇ ਤਾਂ ਕੋ ਬੜੇ ਆਭਾਗ। ਤਿਆਗੀ ਬਣ ਕੇ ਜੋ ਮਨੁੱਖ ਫਿਰ ਵੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ, ਉਸ ਦੀ ਬੜੀ ਬਦਕਿਸਮਤੀ ਸਮਝੋ। ਉਹ ਕਿਸੇ ਥਾਂ ਜੋਗਾ ਨਾ ਰਹਿ ਗਿਆ, ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਕਿਉਂਕਿ ਉਸਨੇ ਗੁਰੂ ਦੀ ਮੱਤ ਨਹੀਂ ਲਈ, ਗੁਰੂ ਤੋਂ ਗਿਆਨ ਨਹੀਂ ਲਿਆ। ਗੁਰੂ ਦੀ ਮੱਤ ਕਹਿ ਰਹੀ, ਤੀਜੇ ਪਾਤਸ਼ਾਹ ਵੀ ਕਹਿ ਰਹੇ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨਾਂ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਉਸ ਮਾਲਕ ਦੇ ਨਾਲ, ਵਾਹਿਗੁਰੂ ਦੇ ਨਾਲ, ਭਗਵਾਨ ਦੇ ਨਾਲ ਲਿਵ ਲਾਗੀ ਹੈ, ਉਹਨਾਂ ਨੇ ਮਾਇਆ ਦੇ ਵਿੱਚ ਰਹਿ ਕੇ ਹੀ, ਸੰਸਾਰ ਵਿੱਚ ਰਹਿ ਕੇ ਹੀ ਪਰਮਾਤਮਾ ਦੀ ਭਗਤੀ ਕਰ ਲਈ ਹੈ। ਜਿਵੇਂ ਮਰਗਾਬੀ ਜਿਹੜੀ ਹੈ ਟੁੱਬੀ ਲਗਾਉਂਦੀ ਹੈ ਤੇ ਸੁੱਕੇ ਪਰਾਂ ਨਾਲ ਉੱਡ ਜਾਂਦੀ ਹੈ। ਇਸੇ ਤਰ੍ਹਾਂ ਹੀ ਜੋ ਗੁਰਮੁਖ ਰੱਬ ਦਾ ਪਿਆਰਾ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵੀ ਆਪਣੇ ਕਾਰੋਬਾਰ ਕਰਦਾ ਹੋਇਆ, ਖੇਤੀਬਾੜੀ ਕਰਦਾ ਹੋਇਆ, ਨੌਕਰੀ ਕਰਦਾ ਹੋਇਆ, ਬਿਜ਼ਨਸ ਕਰਦਾ ਹੋਇਆ, ਉਹ ਫਿਰ ਵੀ ਉਹ ਬਹੁ ਮਾਇਆ ਵਿੱਚ ਨਹੀਂ ਫਸਦਾ। ਜਿਵੇਂ ਮਰਗਾਬੀ ਦੀ ਉਦਾਹਰਨ ਦੇ ਰਹੇ ਨੇ, ਇਸੇ ਤਰ੍ਹਾਂ ਉਹ ਮਾਇਆ ਤੋਂ ਰਹਿਤ ਹੋ ਕੇ ਭਜਨ ਸਿਮਰਨ ਕਰਕੇ, ਨਾਮ ਜਪ ਕੇ ਇਸੇ ਤਰ੍ਹਾਂ ਆਪਣਾ ਜੀਵਨ ਗੁਜ਼ਾਰਦਾ ਹੈ। ਇਹ ਗੁਰੂ ਤੋਂ ਹੀ ਸਮਝ ਆਏਗੀ, ਸਤਿਗੁਰਾਂ ਤੋਂ ਹੀ ਸਮਝ ਆਏਗੀ। ਗੁਰੂ ਜੀ ਸਾਡਾ ਵਹਿਮ ਭਰਮ ਕੱਢਦੇ ਹਨ। ਬਾਬਾ ਕਬੀਰ ਜੀ ਦੇ ਸ਼ਲੋਕ 243 ਸ਼ਲੋਕ ਆਪਾਂ ਵਿਆਖਿਆ ਕੀਤੀ ਹੈ। ਹੁਣ ਅੱਗੇ ਸ਼ਲੋਕ ਸ਼ੇਖ ਫਰੀਦ ਜੀ ਦੇ, ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਆਪਾਂ ਵਿਚਾਰ ਕਰਾਂਗੇ। ਹੁਣ ਬਾਬਾ ਕਬੀਰ ਜੀ ਦੀ ਇੱਕ ਸਾਖੀ ਹੈ, ਕਾਫੀ ਇਤਿਹਾਸ ਹੈ, ਕਿਉਂਕਿ ਬਾਬਾ ਕਬੀਰ ਜੀ ਨੇ ਵਹਿਮਾਂ ਭਰਮਾਂ ਤੋਂ ਸਾਨੂੰ ਕੱਢਿਆ ਹੈ। ਉਸ ਵੇਲੇ ਵੀ ਬਹੁਤ ਲੋਕ ਜਿਹੜੇ ਨੀਵੀਂ ਜਾਤੀ ਵਾਲਿਆਂ ਨੂੰ ਮਾੜਾ ਸਮਝਦੇ ਸੀ। ਗੰਗਾ ਤੇ ਜਿਹੜਾ ਇਸ਼ਨਾਨ ਕਰਨ ਗਿਆ, ਕੋਈ ਮਾੜੀ ਜਾਤੀ ਵਾਲਾ, ਨੀਵੀਂ ਜਾਤੀ ਵਾਲਾ ਚਲਾ ਗਿਆ, ਜੇ ਕਿਸੇ ਪੰਡਤ ਦੇ ਮੱਥੇ ਲੱਗ ਗਿਆ ਤਾਂ ਪੰਡਤ ਦੁਬਾਰਾ ਇਸ਼ਨਾਨ ਕਰਦਾ ਸੀ। ਇਸੇ ਤਰ੍ਹਾਂ ਹੀ ਬਾਬਾ ਕਬੀਰ ਜੀ ਗੰਗਾ ਤੇ ਇਸ਼ਨਾਨ ਕਰਨ ਰੋਜ਼ ਜਾਇਆ ਕਰਦੇ ਸੀ। ਇੱਕ ਦਿਨ ਲਿਵ ਲਾਗੀ ਮਾਲਕ ਦੇ ਨਾਲ ਜ਼ਿਆਦਾ ਸਮਾਂ ਥੋੜੇ ਜਿਹੇ ਲੇਟ ਹੋ ਗਏ, ਕਿਉਂਕਿ ਤੜਕੇ ਅੰਮ੍ਰਿਤ ਵੇਲੇ ਹੀ ਜਾਂਦੇ ਸੀ। ਇਹੋ ਜਿਹੀ ਲਿਵ ਲੱਗੀ ਕਿ ਥੋੜੇ ਜਿਹੇ ਲੇਟ ਹੋ ਗਏ ਤੇ ਇਸ਼ਨਾਨ ਗੰਗਾ ਤੇ ਕਰਨ ਗਏ। ਰਸਤੇ ਦੇ ਵਿੱਚ ਇਸ਼ਨਾਨ ਕਰਕੇ ਪੰਡਤ ਆ ਰਿਹਾ ਸੀ, ਮਕੰਦ ਪੰਡਤ ਦਾ ਨਾਮ ਮਕੰਦ ਦੱਸਿਆ ਗਿਆ ਇਤਿਹਾਸ ਵਿੱਚ। ਜਦੋਂ ਉਹਨਾਂ ਨੇ ਵੇਖਿਆ ਕਿ ਬਾਬਾ ਕਬੀਰ ਜੀ ਜਲਾਹਾ ਇਹ ਨੀਵੀਂ ਜਾਤ ਦੇ ਨੇ, ਉਹ ਕਹਿੰਦਾ ਮੇਰੇ ਮੱਥੇ ਲੱਗ ਗਏ ਨੀਵੀਂ ਜਾਤ ਦੇ ਕਬੀਰ ਜੀ। ਕਹਿੰਦਾ ਹੁਣ ਤਾਂ ਮੈਨੂੰ ਦੁਬਾਰਾ ਇਸ਼ਨਾਨ ਕਰਨਾ ਪੈਣਾ ਹੈ, ਦੁਬਾਰਾ ਇਸ਼ਨਾਨ ਕਰਨਾ ਪੈਣਾ ਹੈ। ਉਹ ਦੁਬਾਰਾ ਇਸ਼ਨਾਨ ਕਰਨ ਲਈ ਗਿਆ। ਬਾਬਾ ਜੀ ਨੇ ਉਸ ਦਾ ਵਹਿਮ ਭਰਮ ਕੱਢਣ ਵਾਸਤੇ ਫਿਰ ਦੁਬਾਰਾ ਮੱਥੇ ਲੱਗੇ। ਉਹ ਫਿਰ ਦੁਬਾਰਾ ਇਸ਼ਨਾਨ ਕਰਨ ਗਿਆ। ਉਸ ਨੂੰ ਬੜਾ ਗੁੱਸਾ ਆਇਆ ਤੇ ਜਦੋਂ ਘਰ ਵਿੱਚ ਗਿਆ, ਘਰ ਗਿਆ
दरवाजा खड़काया। घरवाली ने पंताणी ने आख्या भी किवें तू गुस्से विच है, की गल है अज? कहंदा ओ मेरे मत्थे अज लग्या है नीवी जाति दा कबीर, इस करके मैं पिटिया गया हाँ। मैनू दोबारा दोबारा इशनान करन जाना पैंदा है। वो मेरा खਹਿੜਾ नहीं छड्डदा, वो मेरा खਹਿੜਾ नहीं छड्डदा। परमात्मा की लीला उसनूं सीधे रस्ते पाउणा सी। वो घर विच गया, घर वाली ने कहा तू बैठ, लंगर पानी प्रसादा छक, रोटी खा। वो रोटी खान लग्या, उन्होंने यही महसूस होवे कि वह नाल बुरकी खा रहा, नाल ही बैठा है। कहता वो मेरे नाल ही बैठा है, मैनू लगता है मेरे नाल ही है। घर वाली कहती तैनू कुछ हो गया लगता, तेरे दिमाग नूं कुछ हो गया है, तैनू समझ नहीं पैंदी, कुछ हो गया तेरे दिमाग नूं, मैनू तो कोई नज़र नहीं आउंदा। कहता नहीं कबीर मेरे नाल ही है, मैनू नज़र आ रहा जिवें मेरी थाली विचों बुरकी ला रहा। बड़ा उसनूं गुस्सा चढ़िया। वो कहता मैं कबीर नूं हुण मैं भज के गया, घरों भज गया। घर वाली भी मगर कहंदे कबीर नूं मैं हुण छड़ना नहीं, मारना है, ये मेरे नाल रहिंदा है, मेरा जन्म भ्रिष्ट हो जाएगा। घर वाली भी मगर, ते घर वाली ने रौला पाया कि मेरे घर वाले नूं कुछ हो गया, इहदे दिमाग 'च फर्क पै गया लगदा, दिमाग 'च फर्क पै गया, लोको बचाओ इनू, भजो। लोकां ने जिन्हां सुनिया वो भी मगर भजे, की हो गया, रौला पै गया। वो कहंदी मेरे घर वाले नूं कुछ हो गया है, पंडित नूं। वो हुण भजे, जदों गया ते बाबा कबीर जी दे कोल जदों गया, मन जिहड़ा शांत हो गया। क्यों बाबा कबीर जी ने दृष्टि मारी जदों, क्योंकि वो आप रब रूप सी, आप संत रूप बाबा कबीर जी रब दे रूप हो चुके सी, मालक नूं मिल चुके सी। शांत हो गया मन, दर्शन कीते तां मन जिहड़ा है मन विराग विच आ गया। किथे मारन गया सी ते चरनां ते मत्था टेकिया, चरनां ते टै पिया, आखो सतनाम श्री वाहिगुरू जी। सोझी आ गई, ज्ञान आ गया। इस करके पता नहीं साडे मन नूं कदों सोझी आ जानी है, ज्ञान आ जाना। पता नहीं साडे सामने रब भी आ जावे तो सानू पछाण नहीं आउंदी। एक ना दर्शना की प्रतीत ना आईयां, वो मालक सामने हुंदा होया भी सानू नज़र नहीं आउंदा, दिखाई नहीं दिंदा। वो सतगुरु, वो वाहिगुरू। हुण जदों ज्ञान होया ते भगत जी ने कहा प्यारिया नाम जपिया कर, सिमरन कर, नाम दान, उसका वहम भरम दूर किया। ये सारियां विच ही परमात्मा है, खुदा है, रब है, राम है। राम नाम का सिमरन करया कर। वो फिर पंडित ने राम नाम का सिमरन शुरू किया, उसका भी भला हो गया, भला हो गया। ते बाबा कबीर जी की जय जयकार होर वधी गई। फिर कईयां पंडितां नूं समझ ना आई, मन मुखां नूं, उन्होंने बाबा कबीर जी की शिकायत लैके सिकंदर लोधी दे कोल गए, सिकंदर दे कोल गए, बादशाह दे कोल, कि बाबा कबीर जी जिहड़ा है ये राम नाम का सिमरन करता है, अल्लाह का सिमरन नहीं करता। वो कहते एक ही है, राम को, अल्लाह को, खुदा को, परमात्मा एक ही है, रब एक ही है। पर समझ नहीं सी, समझ नहीं सी। उन्हें क्या बुला के लियाओ, बुला के लिया गया। बादशाह के सामने बाबा कबीर जी आए, विचार हुई। कहता तू राम राम जपदा? कहता हाँ जपदा राम राम, राम राम जपदा। कहता तू छड्ड दे? कहता मैं नहीं छड्ड सकदा।
मैं मालिक दी भगती राम दी भगती नहीं छड़ सकदा, जो मर्जी हो जावे। कहंदे इस नूं दंड दिओ। दंड किहड़ी? कहंदे इहनूं पानी दे विच सट्टो, रोड़ के पानी दे विच बन्ह के पानी दे विच सट्टो। बाबा कबीर जी दे हत्थां पैरां नूं बन्निया गया, पानी विच सुੱਟਿਆ गया। पानी दे विच भी विचाले किश्ती रिझा के विचाले सुੱਟਿਆ गया। ते बाबा कबीर जी ने ਉਹ ਜਿਹੜੀਆਂ संगल टुट के जिन्हां ने बन्निया सी मिर्गशाला ते ਉਹ आ के बैठे ही बैठे जिवें पानी ते जिवें किसे चटाई ते बैठे हुंदे हां, चौकी विछाई ते बैठे हुंदे हां। बाबा कबीर जी फिर बाहर आ गए। उन्हां नूं फिर पता लग्या कि बाबा कबीर तां डुੱਬਿਆ नहीं, कुछ होया ही नहीं इहनूं। फिर उन्होंने कहा भी वो फिर दोबारा शिकायत लैके गए। फिर बाबा कबीर जी नूं बुलाया गया। फिर बाबा कबीर जी नूं कहंदे चिखा बना के लकड़ां दी उस दे विच बन के चिखा दे विच थल्ले भी लकड़ां जोड़ियां, विचाले बाबा कबीर जी नूं फिर उत्ते लकड़ां जोड़ियां। फिर अग लाई गई शरीर नूं, अग लाई गई। अग लाई ते कहंदे हुण खत्म हो गया होना है, चलो वेखिए जाके। जदों वेख्या ते बाबा कबीर जी नूं तत्ती वाह नहीं लगन दित्ती मालिक ने उस राम ने। आखो सतनाम श्री वाहिगुरू जी। क्योंकि जदों उस दा ही हो गया, मालिक दा ही हो गया, लकड़ां जड़ियां सड़ के सवाह गईयां, बाबा कबीर जी नूं तत्ती वाह नहीं लगी। फिर बाबा कबीर जी नूं बुलाया गया, उन्होंने समझ फिर भी ना आई। हाथी अगे सुट्टिया गया, हाथी के हाथी ऊपर चढ़ जाएगा। हाथी नूं भी ज्ञान हो गया, पर हाथी ने भी नमस्कार की, मत्था टेकिया बाबा कबीर जी नूं। आखो सतनाम श्री वाहिगुरू जी। इन्हां नूं मनमुखां नूं फिर भी समझ ना आई। बड़ियां सजावां दित्तियां कि तुसीं राम राम छड्ड दिओ, राम नाम छड्ड दिओ, पर नहीं छड्डिया। जित फिर भगतां दी होई, क्योंकि सतगुरां दी गुरबाणी दा फरमान है, हर जुग जुग भगत पाया, पैज रखदा आया राम राजे। ਉਹ ਮਾਲਕ ਵਾਹਿਗੁਰੂ ਆਪਣੇ ਪਿਆਰਿਆਂ ਦੀ ਜੁਗਾਂ ਜਗਾਂਤਰਾਂ ਤੋਂ ਲਾਜਪਤ ਰੱਖਦਾ ਆਇਆ ਹੈ, ਉਹ ਵਾਹਿਗੁਰੂ ਰਾਮ। ਕਿਉਂਕਿ ਬਾਬਾ ਕਬੀਰ ਜੀ ਤੇ ਪ੍ਰਮਾਤਮਾ ਵਿੱਚ, ਰਾਮ ਵਿੱਚ ਕੋਈ ਫਰਕ ਨਾ ਰਹਿ ਗਿਆ, ਇੱਕ ਰੂਪ ਹੋ ਗਏ। ਤੇ ਉਹ ਮਾਲਕ ਨੇ ਫਿਰ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ। ਇਸ ਕਰਕੇ ਭਾਈ ਆਪਾਂ ਉਹਨਾਂ ਦੇ ਸ਼ਲੋਕ ਜਿਹੜੇ 243 ਸ਼ਲੋਕਾਂ ਦੀ ਵਿਆਖਿਆ ਕੀਤੀ ਹੈ। ਸਤਿਗੁਰ ਜੀ ਕਿਰਪਾ ਰਹਿਮਤਾਂ ਕਰਨ, ਜੋ ਗੁਰਬਾਣੀ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਣ। ਅੱਗੇ ਆਪਾਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਾਂਗੇ। ਉਹਨਾਂ ਨੇ ਸਾਨੂੰ ਕੀ ਗੁਰਬਾਣੀ ਦੁਆਰਾ ਦੱਸਿਆ ਹੈ, ਕਿਉਂਕਿ ਉਹਨਾਂ ਦਾ ਪ੍ਰੈਕਟੀਕਲ ਜੀਵਨ ਹੈ। ਉਹ ਭਗਤੀ ਕਰ ਕਰਕੇ ਉਸ ਮਾਲਕ ਨੂੰ ਮਿਲੇ ਨੇ, ਨਾਮ ਜਪ ਜਪ ਕੇ। ਤੇ ਜਿਹੜੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ, ਜੋ ਰੁਕਾਵਟਾਂ ਆਈਆਂ ਪਰਮਾਰਥ ਦੇ ਵਿੱਚ, ਉਹ ਸਾਨੂੰ ਲਿਖ ਕੇ ਦੇ ਕੇ ਗਏ ਨੇ, ਲਿਖ ਕੇ ਦੇ ਕੇ ਗਏ ਨੇ। ਕਿਉਂਕਿ ਉਹਨਾਂ ਨੇ ਬੜੀ ਕਠਿਨ ਤਪੱਸਿਆ ਕੀਤੀ ਹੈ। ਸਾਨੂੰ ਹੁਣ ਇੰਨੀ ਕੋਈ ਕਠਿਨ ਤਪੱਸਿਆ ਕਰਨ ਦੀ ਲੋੜ ਨਹੀਂ। ਸਾਨੂੰ ਤਾਂ ਖੋਜਿਆ ਖਜਾਇਆ ਸਾਰਾ ਕੁਝ ਮਿਲ ਗਿਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਪੋਥੀ ਪਰਮੇਸ਼ਰ ਕਾ ਥਾਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ, ਜੋ ਗੁਰੂ ਸਾਹਿਬਾਨਾਂ ਦੀ ਗੁਰਬਾਣੀ, ਸਿੱਖਾਂ ਦੀ ਗੁਰਬਾਣੀ, 11 ਭੱਟਾਂ ਦੀ ਗੁਰਬਾਣੀ, 15 ਭਗਤਾਂ ਦੀ ਗੁਰਬਾਣੀ, ਇਹ ਜੋ ਆਪਾਂ ਸਰਵਣ ਕਰਦੇ ਉਹਨਾਂ ਦਾ ਪ੍ਰੈਕਟੀਕਲ ਹੈ। ਉਹ ਮਾਲਕ ਨੂੰ ਮਿਲੇ ਨੇ, ਉਹਨਾਂ ਦਾ ਮਿਲਾਪ ਹੋ ਗਿਆ ਹੈ। ਤੇ ਕਿਵੇਂ ਮਿਲਾਪ ਹੋਇਆ ਹੈ, ਉਹ ਸਾਰਾ ਕੁਝ ਲਿਖਿਆ ਹੈ। ਇਸ ਕਰਕੇ ਇਹ ਸਾਡੇ ਵਾਸਤੇ ਹੀ ਹੈ। ਅਸੀਂ ਵੀ ਸਤਿਗੁਰਾਂ ਦੀ ਗੁਰਬਾਣੀ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ, ਸੱਚਾ ਗਿਆਨ ਲੈ ਕੇ ਉਸ ਪਰਮ ਪਿਤਾ ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ ਮਿਲ ਸਕਦੇ ਹਾਂ। ਉਹ ਨਾਮ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਕਰਕੇ ਆਓ ਆਪਾਂ 2 ਮਿੰਟ ਵਾਸਤੇ ਸਿਮਰਨ ਕਰੀਏ, ਕਿਉਂ ਸਾਨੂੰ ਵੀ ਸਿਮਰਨ ਕਰਨ ਦੀ ਵਿਧੀ ਜੁਗਤੀ ਪਤਾ ਲੱਗ ਜਾਏ।
ਸਾਡਾ ਵੀ ਉਸ ਮਾਲਕ ਦੇ ਨਾਲ ਵਾਹਿਗੁਰੂ ਦੇ ਨਾਲ ਪ੍ਰੇਮ ਪੈ ਜਾਵੇ। ਸਾਚ ਕਉ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਆਓ ਸਾਰੇ ਨੇਤਰ ਬੰਦ ਕਰਕੇ ਸਿਮਰਨ ਕਰੋ ਜੀ। ਕੋਟ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ, ਜਿਸ ਦੇ ਸਦਕਾ ਆਪਾਂ ਨੂੰ ਇਹ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਜੀ। ਸਾਰੇ ਜਪੋ ਜੀ, ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਹੀ ਅਸੀਂ ਉੱਠਦੇ ਹਾਂ, ਬਹਿੰਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਹਰ ਵੇਲੇ ਸਿਮਰਨ ਕਰਨਾ ਹੈ। ਤੇ ਬਾਬਾ ਕਬੀਰ ਜੀ ਦੇ ਫਿਰ ਉਹਨਾਂ ਵੇਖੀ ਕਰਾਮਾਤ ਕਿ ਬਾਬਾ ਕਬੀਰ ਜੀ ਦੇ ਕੋਲ ਕਰਾਮਾਤ ਵੀ ਇੱਕ ਸ਼ਕਤੀ ਕਿਹੜੀ ਹੈ। ਮਰੀ ਹੋਈ ਗਊ ਕਹਿੰਦੇ ਜਿੰਦਾ ਕਰੋ ਤਾਂ ਮੰਨਾਂਗੇ, ਮਰੀ ਹੋਈ ਗਾਂ ਜਿੰਦਾ ਕਰੋ। ਬਾਬਾ ਕਬੀਰ ਜੀ ਕਹਿੰਦੇ ਕਿ ਇਹ ਤਾਂ ਮਾਲਕ ਦੇ ਹੁਕਮ ਵਿੱਚ ਹੈ, ਜੋ ਪ੍ਰਾਣ ਨਿਕਲ ਗਏ ਨਹੀਂ ਵਾਪਸ ਆ ਕੇ ਉਸ ਦੇ ਹੁਕਮ ਵਿੱਚ ਹੈ। ਪਰ ਫਿਰ ਵੀ ਉਹ ਪਰਮਾਤਮਾ ਨੇ, ਰਾਮ ਨੇ ਆਪਣੇ ਭਗਤਾਂ ਦੀ ਲਾਜ ਰੱਖੀ, ਮਰੀ ਹੋਈ ਗਾਂ ਵੀ ਜਿੰਦੀ ਕਰਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਹਨਾਂ ਨੇ ਰਾਜੇ ਨੇ ਵੇਖਿਆ ਕਿ ਇਹ ਤਾਂ ਬੜਾ ਮਹਾਨ ਭਗਤ ਹਨ, ਫਿਰ ਜਾ ਕੇ ਚਰਨੀ ਡਿੱਗੇ ਸਾਰੇ। ਇਸ ਕਰਕੇ ਭਾਈ ਅਸੀਂ ਵੀ ਸੱਚੇ ਭਗਤ ਰੱਬ ਦੇ ਪਿਆਰੇ ਬਣੀਏ, ਸਾਰਿਆਂ ਨਾਲ ਪਿਆਰ ਕਰੀਏ, ਹੁਕਮ ਮੰਨੀਏ। ਬਾਦਸ਼ਾਹ ਦਾ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਗੁਰੂ ਚਰਨਾਂ ਨਾਲ ਜੁੜੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਾਡੇ ਸਤਿਗੁਰੂ ਨੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਬੰਦ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਭਾਈ ਹਰ ਵੇਲੇ ਸਿਮਰਨ ਕਰਿਆ ਕਰੋ, ਗੁਰਬਾਣੀ ਨਾਲ ਜੁੜੋ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਪਲਕੇ ਉਠ ਹਰ ਨਾਮ ਤੇ ਹਾਵੇ। ਸਵੇਰੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੋ, ਚੜੇ ਦਿਵਸ ਗੁਰਬਾਣੀ ਗਾਵੇ। ਫਿਰ ਅਸੀਂ ਗੁਰਬਾਣੀ ਨਾਲ ਜੁੜਨਾ, ਬਹਿੰਦੇ ਉੱਠਦੇ ਹਰ ਨਾਮ ਤੇ ਹਾਵੇ, ਤੇ ਨਾਮ ਨੂੰ ਜਪਣਾ ਹੈ। ਫਤਿਹ ਬੁਲਾਓ ਜੀ। ਭੁੱਲਾਂ ਚੁੱਕਾਂ ਦੀ ਮਾਫੀ, ਚਾਰ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ ਜੀ। ਆਪ ਸੰਗਤ ਤੇ ਗੁਰੂ ਜੀ ਬਖਸ਼ਣਯੋਗ ਹਨ ਜੀ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ